अस्सलाम वालेकुम नाज़रीन, चाचा शो ਦੇ ਇੱਕ ਨਵੇਂ ਐਪੀਸੋਡ ਦੇ ਨਾਲ ਮੈਂ ਤੁਹਾਡੀ ਖਿਦਮਤ 'ਚ ਇਮਰਾਨ ਮਲਿਕ ਤੇ ਮੇਰੇ ਨਾਲ ਨੇ ਅੱਜ ਸਪੈਸ਼ਲ ਮਹਿਮਾਨ ਸਿਆਲਕੋਟ ਤੋਂ ਆਏ ਨੇ। ਹਰਬਲ ਸਪੈਸ਼ਲਿਸਟ ਨੇ। ਨਾਮ ਉਹਨਾਂ ਦਾ ਹੈ ਹਕੀਮ ਨਜ਼ੀਰ ਸਾਹਿਬ। ਉਹ ਕਹਿੰਦੇ ਜੀ ਮੈਨੂੰ ਹਰਬਲ ਸਪੈਸ਼ਲਿਸਟ ਨਾ ਕਹੋ, ਮੈਨੂੰ ਹਕੀਮ ਕਹੋ। ਹਕੀਮ ਸਾਹਿਬ, ਸਭ ਤੋਂ ਪਹਿਲਾਂ ਕਿ ਹਕੂਮਤ ਜਿਹੜੀ ਹੈ ਉਹ ਭੰਗ ਨੂੰ ਕਾਨੂੰਨੀ ਖਸੀਅਤ ਕਰਾਰ ਦੇਣ ਲੱਗੇ ਨੇ ਕਿ ਭੰਗ ਦੀ ਕਾਸ਼ਤ ਹੋਣੀ ਚਾਹੀਦੀ ਹੈ। ਤੁਸੀਂ ਇਹਦੇ ਮੁਤੱਲਕ ਕੀ ਕਹੋਗੇ? ਬੜਾ ਠੀਕ ਹੈ ਜਨਾਬ। ਇਹ ਤੇ ਹੁਣ ਮਤਲਬ ਲੋਕੀ ਖੁਸ਼ ਹੋਣਗੇ, ਭੰਗ ਪੀ ਕੇ ਇੱਧਰ ਉੱਧਰ ਫਿਰਦੇ ਰਹਿਣਗੇ, ਹੱਸੇ ਖੇਡੇ ਚੱਲਦੇ ਰਹਿਣਗੇ। ਹਕੀਮ ਕਹਿੰਦਾ ਬੁਰਾ ਤਾਂ ਨਹੀਂ ਮਨਾਓਗੇ? ਨਹੀਂ, ਤੁਸੀਂ ਮੈਨੂੰ ਕਹੋ ਹਕੀਮ, ਐਸੀ ਕੋਈ ਗੱਲ ਨਹੀਂ। ਤੁਹਾਡੀ ਬਚਤ ਹੋ ਗਈ। ਹਾਂ ਜੀ, ਬਿਲਕੁਲ। ਹਕੀਮ ਸਾਹਿਬ, ਤੁਸੀਂ ਹਿਕਮਤ ਦਾ ਕੰਮ ਕਿਦੋਂ ਸ਼ੁਰੂ ਕੀਤਾ? ਕਿੰਨਾ ਅਰਸਾ ਹੋ ਗਿਆ? ਇਹ ਜਨਾਬ ਸਾਡਾ ਜੱਦੀ ਪੁਸ਼ਤੀ ਕਬਜੇ। ਅੱਛਾ। ਹਾਂਜੀ, ਇਹ ਮੇਰੇ ਵਾਲਦ ਸਾਹਿਬ ਹਕੀਮ, ਉਹਨਾਂ ਦੇ ਵਾਲਦ ਸਾਹਿਬ ਹਕੀਮ, ਉਹਨਾਂ ਦੇ ਵਾਲਦ ਸਾਹਿਬ ਹਕੀਮ, ਉਹਨਾਂ ਦੇ ਵਾਲਦ ਸਾਹਿਬ ਹਕੀਮ। ਇਹ ਸਾਡਾ ਸਿਲਸਿਲਾ ਤੇ ਹੋ ਰਿਹਾ ਕਿੱਥੇ ਵੱਡੇ ਉਹ ਸ਼ੁਰੂ ਤੱਕ ਜਾਂਦਾ ਜੀ। ਸਦੀਆਂ ਹੋ ਗਈਆਂ ਨੇ। ਸਦੀਆਂ ਤੋਂ ਵੀ ਜ਼ਿਆਦਾ, 3-4 ਸਾਲ ਹੋ ਗਏ ਜੇ। ਹੁਣ ਤੱਕ ਕੀ ਸਮਝਦੇ ਹੋ ਤੁਸੀਂ ਕਿੰਨੇ ਕੁ ਲੋਕਾਂ ਦਾ ਇਲਾਜ ਕਰ ਚੁੱਕੇ ਹੋ? ਸਪੈਸ਼ਲੀ ਭੰਗ ਦੇ ਨਾਲ ਕਿੰਨੇ ਕੁ ਲੋਕਾਂ ਦਾ ਇਲਾਜ ਕੀਤਾ? ਮੇਰਾ ਪਹਿਲੋਂ ਮੇਰੇ ਵਾਲਦ ਸਾਹਿਬ ਨੇ ਇਲਾਜ ਕੀਤਾ। ਮੈਨੂੰ ਕਹਿੰਦੇ ਸੀ ਮੈਂ ਤੇਰਾ ਕਰਨਾ ਇਲਾਜ, ਮੈਂ ਤੇਰਾ। ਅੱਛਾ। ਹਾਂ, ਮੈਂ ਫਿਰਦਾ ਬੜਾ ਹੁੰਦਾ ਸਾਂ। ਅੱਛਾ। ਉਹ ਫਿਰ ਉਹਨਾਂ ਦੀ ਮੈਂ ਦੁਕਾਨ ਤੇ ਜਨਾਬ ਉਹਨਾਂ ਨੇ ਮੈਨੂੰ ਬਹਾ ਲਿਆ। ਉਹ ਮੈਂ ਜਨਾਬ ਉੱਥੇ ਪੁੜੀਆਂ ਬੰਨਣ ਦਾ ਕੰਮ ਸਿੱਖਦਾ ਰਿਹਾ ਜੀ। ਅੱਛਾ। ਹਾਂ, ਉਹ ਜਿਹੜੀ ਦਵਾਈ ਵਾਲਦ ਸਾਹਿਬ ਲਿਖ ਕੇ ਦਿੰਦੇ ਸੀਗੇ ਨਾ, ਉਹ ਮੈਨੂੰ ਕਹਿੰਦੇ ਹਨ ਜਾ ਵੀ ਦਵਾਈ ਬਣਾ ਲੈ। ਅੱਛਾ। ਮੈਂ 15 ਸਾਲ ਤੇ ਮੈਂ ਪੁੜੀਆਂ ਬੰਨਦਾ ਰਿਹਾ ਜੀ ਜਨਾਬ। ਜਿਹੜਾ ਤੁਸੀਂ ਸਟਾਰਟ ਕੀਤਾ ਉਹ ਪੂਰੀ ਬੰਨਣ ਦਾ ਕੀਤਾ? ਫਨ ਮੈਂ ਕਿਹੜਾ ਤਬਲਾ ਸਿੱਖਦਾ ਰਿਹਾ। ਇਹ ਜਨਾਬ ਮਤਲਬ ਪੁੜੀਆਂ ਬੰਨਣਾ ਵੀ ਵੈਸੇ ਗੱਲ ਸਹੀ ਹੈ, ਫਨ ਹੀ ਹੈ। ਸੁਣਿਆ ਤੁਹਾਡੀਆਂ ਅਕਸਰ ਪੂੜੀਆਂ ਲੋਕੀ ਲੈ ਕੇ ਜਾਂਦੇ, ਖੁੱਲਦੀਆਂ ਨਹੀਂ ਸਨ। ਨਾ, ਮੈਂ ਐਸੀ ਪੱਕੀ ਪੂੜੀ ਬੰਨਦਾ ਸੀ ਜੀ। ਉਹ ਘਰ ਚਲ ਜਾਂਦੇ, ਉਹਨਾਂ ਕੋਲ ਖੋਲਦੀ ਨਹੀਂ ਸੀ। ਉਹ ਫੇਰ ਵਾਪਸ ਆ ਜਾਂਦੇ, ਮੈਂ ਫੇਰ ਉਹਨਾਂ ਕੋਲ 20 ਰੁਪਏ ਲੈ ਲੈਣਾ ਸੀ ਖੋਲਣ ਦੇ ਬਾਅਦ। ਹਾਂਜੀ। ਤੇ ਉਹ ਫਿਰ ਮੈਂ ਉਹਨਾਂ ਨੂੰ ਜਨਾਬ ਦੇਣਾ ਸੀ ਪੁੜੀਆਂ। ਅੱਛਾ ਹਕੀਮ ਸਾਹਿਬ, ਤੁਸੀਂ ਕਿਸ ਤਰ੍ਹਾਂ ਪਹਿਚਾਣਦੇ ਹੋ ਕਿ ਬੰਦੇ ਨੂੰ ਕੀ ਮਰਜ਼ ਹੈ ਤੇ ਉਹਦਾ ਇਲਾਜ ਕੀ ਹੋ ਸਕਦਾ ਹੈ? ਮੈਨੂੰ ਜਨਾਬ 15 ਸਾਲ ਤੇ ਵਾਲਦ ਸਾਹਿਬ ਨਾਲ ਮੈਂ ਲਾਏ ਜੇ, ਤੇ ਬਾਕੀ ਕੋਈ 10 ਕੁ ਸਾਲ ਮੈਨੂੰ ਅੱਬਾ ਜੀ ਦੇ ਫੌਤ ਹੋਣ ਤੋਂ ਬਾਅਦ ਮੈਂ ਆਪ ਉਹ ਦੁਕਾਨ ਸਾਂਭ ਲਈ ਅੱਬਾ ਜੀ ਦੀ। ਅੱਛਾ। ਹਾਂ, ਮਤਲਬ ਦਵਾਖਾਨਾ ਸਾਡਾ ਉੱਥੇ ਮੇਨ ਬਾਜ਼ਾਰ ਚੌਂਕ ਦੇ ਵਿੱਚ, ਜਿਹਨੂੰ ਮਰਜ਼ੀ ਆ ਕੇ ਪੁੱਛ ਲਓ। ਅੱਛਾ। ਹਾਂਜੀ। ਤੇ ਮਰੀਜ਼ ਅਸੀਂ ਤੇ ਪੌੜੀਆਂ ਸਾਡੀ ਦੁਕਾਨ ਦੀਆਂ ਚੜ੍ਹਦੇ ਤੇ ਅਸੀਂ ਸਾਨੂੰ ਪਤਾ ਲੱਗ ਜਾਂਦਾ ਜੀ। ਅੱਛਾ। ਹਾਂ, ਉਹਨਾਂ ਕੋਲ ਪੌੜੀਆਂ ਨਹੀਂ ਜੇ ਚੜੀਆਂ ਜਾਂਦੀਆਂ। ਕੀ ਗੱਲ, ਗੋਡਿਆਂ ਦਾ ਮਰੀਜ਼ ਚੜ ਜਾਂਦਾ? ਕਿੱਥੇ ਜਨਾਬ। ਅੱਛਾ। ਅੱਜ ਕੱਲ ਤੇ ਤੁਹਾਨੂੰ ਪਤਾ ਬ੍ਰੈਲਰ ਕੁੱਕੜ ਖਾ ਕੇ ਲੋਕਾਂ ਦੀ ਉਂਝ ਜਾਨ ਤੇ ਗਵਾਚੀ ਤੇ ਮੱਤ ਵੱਜੀ ਪਈ। ਅੱਛਾ। ਤੇ ਉਹ ਹਾਰਟ ਅਟੈਕ ਹੋਣ ਡਿਆ ਜੇ, ਬਲੱਡ ਪ੍ਰੈਸ਼ਰ ਦੇ ਪ੍ਰੋਬਲਮ ਹੋਣ ਡਿਆ ਜੇ ਲੋਕਾਂ ਨੂੰ। ਅੱਛਾ। ਹਾਂਜੀ। ਤੇ ਫਿਰ ਦਵਾਈ ਦੇਈਦੀ ਹੈ ਤੇ ਫਿਰ ਉਹ ਮਾਸ਼ਾਅੱਲਾ ਠੀਕ ਹੋ ਜਾਂਦਾ। ਵਾਪਸ ਆਨੇ ਆ ਭੰਗਲ ਕਿ ਭੰਗ ਨੂੰ ਗਵਰਨਮੈਂਟ ਕਾਨੂੰਨੀ ਹਸੀਅਤ ਤਿਆਰ ਦੇ ਰਹੀ। ਤੁਹਾਡਾ ਹੀ ਖਿਆਲ ਹੈ ਇਹ ਕਾਨੂੰਨੀ ਹਸੀਅਤ ਜਦੋਂ ਮਿਲ ਜਾਏਗੀ ਭੰਗ ਦੇ ਮਰੀਜ਼ ਵਧ ਜਾਣਗੇ ਜਾਂ ਤੁਸੀਂ ਜ਼ਿਆਦਾ ਇਲਾਜ ਭੰਗ ਦਾ ਕਰੋ, ਭੰਗ ਨਾਲ ਕਰੋਗੇ? ਦੇਖੋ ਜੀ, ਇਹ ਤੇ ਮਤਲਬ ਭੰਗ ਜਿਹੜੀ ਹੈ ਨਾ ਉਹ ਦਵਾਈਆਂ 'ਚ ਇਸਤੇਮਾਲ ਹੋਏਗੀ। ਇਹ ਤੇ ਬੂਟੀਆਂ ਸੁੰਘ ਕੇ, ਮਤਲਬ ਸਾਡੇ ਘਰ ਤੇ ਤੁਹਾਨੂੰ ਪਤਾ ਬੂਟੀਆਂ ਦੇ ਢੇਰ ਲੱਗੇ ਹੁੰਦੇ ਸਨ। ਅੱਛਾ। ਹਾਂਜੀ, ਇੰਨੀ ਬੂਟੀ ਹੁੰਦੀ ਸਾਡੇ ਘਰ ਕਿ ਸਾਨੂੰ ਤੇ ਮਹੱਲੇ 'ਚ ਸਾਡੀ ਛੇੜ ਪੈ ਸੀ ਬੂਟੀ ਵਾਲੇ। ਤਾਂ ਛਾਪਾ ਤਾਂ ਨਹੀਂ ਪਿਆ ਕਦੀ? ਹਾਂਜੀ। ਛਾਪਾ ਨਹੀਂ? ਅਸੀਂ ਕਿਹੜਾ ਵੀ ਚਰਸ ਰੱਖੀ ਸੀ। ਬੂਟੀਆਂ ਤੇ ਆਮ ਜੜੀ ਬੂਟੀਆਂ ਹੁੰਦੀਆਂ ਨਾ ਜੀ। ਅੱਛਾ। ਦਵਾਈਆਂ 'ਚ ਪੈਂਦੀਆਂ ਨੇ। ਉਹ ਅੱਬਾ ਜੀ ਆਉਂਦੇ ਸਨ, ਉਹਨਾਂ ਦੇ ਦੋਸਤ ਯਾਰ ਵੀ ਆ ਕੇ ਉਹਨਾਂ ਕੋਲ ਨੁਸਖੇ ਪੁੱਛ ਲੈਂਦੇ ਸਨ। ਅੱਛਾ। ਤੇ ਇਹ ਆਵਾਮ ਵਾਸਤੇ ਠੀਕ ਹੋਣਾ ਜੇ ਸਾਰਾ ਸਾਲ। ਅੱਛਾ। ਹਾਂਜੀ। ਅੱਛਾ। ਹਾਂਜੀ। ਇਹਦੇ ਵਿੱਚ ਬੜੀ ਮਤਲਬ ਫਾਇਦੇ ਨੇ। ਦੇਖੋ, ਜਿਹੜਾ ਅਸੀਂ ਤੇ ਸ਼ੁਰੂ ਤੋਂ ਕਹਿਣ ਡਿਆ ਪਿਆ ਡਾਕਟਰਾਂ ਨੇ ਆਵਾਮ ਨੂੰ ਬਿਮਾਰ ਕੀਤਾ ਜੇ। ਹਕੀਮ ਜਿਹੜੇ ਨੇ ਨਾ ਉਹਨਾਂ ਨੇ ਸਹੀ ਹਿਕਮਤ ਤਾਂ ਸ਼ੁਰੂ ਤੋਂ ਤੁਰੀ ਆ ਰਹੀ। ਠੀਕ ਹੈ। ਹਾਂਜੀ। ਹਕੀਮ ਜਿਹੜੇ ਨੇ ਉਹੀ ਸਮਝਦੇ। ਨਬਜ਼ ਜਿਹੜਾ ਨਹੀਂ ਵੇਖ ਸਕਦਾ, ਮੈਂ ਨਹੀਂ ਜੇ ਹਕੀਮ ਮੰਨਦਾ ਉਹਨੂੰ। ਕਰੋਨਾ ਦਾ ਇਲਾਜ ਕਿਉਂ ਨਹੀਂ ਕੱਢਿਆ ਫਿਰ? ਕੁਛ ਨਹੀਂ ਵੀ ਨਿਕਲਦੇ। ਅੱਛਾ। ਹਾਂਜੀ। ਕਰੋਨਾ ਉਹਨਾਂ ਚ ਹੈਗਾ ਜਿਹੜਾ ਨਹੀਂ ਨਿਕਲਿਆ। ਕਰੋਨਾ ਹੁਣ ਦੇਖੋ ਨਹੀਂ, ਉਹਦਾ ਕਿਉਂਕਿ ਵੱਡੇ ਨਹੀਂ ਨਿਕਲਿਆ ਤੇ ਮੈਂ ਇਕੱਲਾ ਕੀ ਕਰਾਂ ਉੱਥੇ। ਠੀਕ। ਜਿਵੇਂ ਕੋਈ ਕਾਰੋਬਾਰ ਸ਼ੁਰੂ ਕਰਨਾ ਹੋਏ ਤੇ ਉਹਦੇ ਲਈ ਕਹਿੰਦੇ ਨਹੀਂ ਤੁਹਾਨੂੰ ਉਸ ਚੀਜ਼ ਦਾ ਖੁਦ ਪਤਾ ਹੋਣਾ ਚਾਹੀਦਾ ਹੈ। ਤੁਸੀਂ ਅਗਰ ਰੈਸਟੋਰੈਂਟ ਸ਼ੁਰੂ ਕਰਨਾ ਹੈ, ਤੁਹਾਨੂੰ ਖਾਣਾ ਬਣਾਉਣਾ ਆਉਣਾ ਚਾਹੀਦਾ ਜਾਂ ਤੁਹਾਨੂੰ ਸਾਰੀ ਮਾਰਕੀਟ ਦਾ ਪਤਾ ਪ੍ਰਾਈਸਿੰਗ ਕੀ ਹੈ। ਤੇ ਜਦੋਂ ਤੁਸੀਂ ਹਕੂਮਤ ਦਾ ਕੰਮ ਸ਼ੁਰੂ ਕੀਤਾ, ਕੀ ਗੱਲ ਪਹਿਲੇ ਤੁਸੀਂ ਆਪ ਵੀ ਦਵਾਈਆਂ ਚੈੱਕ ਕਰਦੇ ਹੋ ਕਿ ਜਾਂ ਸਿਰਫ ਆਵਾਮ ਤੇ ਅਪਲਾਈ ਕਰਦੇ? ਜੀ ਬਿਲਕੁਲ। ਉਹ ਕਹਿੰਦੇ ਨੇ ਪੁਰਾਣੀ ਮਿਸਾਲ ਹੁਣ ਤੇ ਰਹੀ ਨਹੀਂ ਕਿ ਜੇ ਤੁਸੀਂ ਪਰਚੂਨ ਦੀ ਦੁਕਾਨ ਕਰਨੀ ਹੈ ਨਾ ਤੇ ਤੁਹਾਨੂੰ ਪੂੜੀ ਬੰਨਣੀ ਆਉਣੀ ਚਾਹੀਦੀ ਹੈ। ਅੱਛਾ। ਹੁਣ ਤੇ ਸ਼ਾਪਿੰਗ ਮੈਂ ਹੀ ਨਿਕਲ ਆ ਰਹੇ ਨਾ। ਅੱਛਾ। ਪਹਿਲਾਂ ਪੁੜੀਆਂ ਦੇ ਵਿੱਚ ਸੌਦਾ ਮੈਂ ਆਪ ਲਿਆਉਂਦਾ ਰਿਹਾ ਜੀ। ਅੱਛਾ। ਤੇ ਤੁਹਾਨੂੰ ਆਪਣੇ ਕੰਮ ਦਾ ਜਦੋਂ ਬੇਸਿਕ ਚੀਜ਼ਾਂ ਨਹੀਂ ਜੇ ਪਤਾ ਹੋਣੀਆਂ ਤੇ ਫਿਰ ਤੁਸੀਂ ਕੀ ਕੰਮ ਕਰਨਾ? ਤੇ ਅਸੀਂ ਤੇ ਜੜੀ ਬੂਟੀਆਂ ਦਾ ਉਹਦੀ ਪੂਰੀ ਰਿਸਰਚ ਹੈ, ਸੀਨਾ ਬਸੀਨਾ ਇਲਮ ਜੇ। ਮੇਰੇ ਵਾਲਦ ਸਾਹਿਬ ਨੇ ਮੈਨੂੰ ਦੱਸਿਆ ਵੀ ਕਿਹੜੀ ਬੂਟੀ ਕਿਹੜੇ ਕੰਮ ਵਾਸਤੇ ਜ਼ਰੂਰੀ ਹੁੰਦੀ। ਹਕੀਮ ਸਾਹਿਬ ਕਹਿੰਦੇ ਨੇ ਜਿਹੜਾ ਹਕੀਮ ਹੁੰਦਾ ਹੈ ਨਾ ਉਹਦੀ ਇੱਕ ਨਬਜ਼ ਚੈੱਕ ਕਰਨ ਦੀ ਤੇ ਦੂਸਰਾ ਸੁੰਘਣ ਦੀ ਹਿੱਸ ਬਹੁਤ ਅੱਛੀ ਹੁੰਦੀ ਹੈ।
ਤੇ ਤੁਹਾਡੀ ਸੁੰਗਣ ਦੀ ਹਿਸ ਕੈਸੀ ਹੈ? ਹਾਂਜੀ, ਔਰ ਇਹ ਸਾਡੇ ਖਾਨਦਾਨ ਦਾ ਸੌਂਗਾ ਬਹੁਤ ਤੇਜ਼ ਹੈ। ਅੱਛਾ। ਮੇਰੇ ਵਾਲ ਸਾਹਿਬ ਵੀ ਸੁੰਘ ਕੇ ਉਹਨਾਂ ਨੂੰ ਤੇ ਬਹੁਤ ਬੜੀ ਆਉਂਦੀ ਹੁੰਦੀ ਸੀ। ਅੱਛਾ। ਹਾਂਜੀ, ਉਹ ਫਿਰ ਅਸੀਂ ਨੱਕ 'ਚ ਉਹਨਾਂ ਦੇ ਰੂੰ ਦੇ ਦਿੰਦੇ ਸਾਂ, ਫਿਰ ਥੋੜਾ ਜਿਹਾ ਉਹਨਾਂ ਦਾ ਹਿਸਾਬ ਠੀਕ। ਤੇ ਮੈਂ ਵੀ ਜਨਾਬ ਮੇਰਾ ਸੁੰਘਣ ਦੀ ਹਿੱਸ ਬਹੁਤ ਤੇਜ਼ ਹੈ। ਤੁਹਾਡੀ ਗੱਲ ਬਿਲਕੁਲ, ਤੁਸੀਂ ਰਿਸਰਚ ਠੀਕ ਕੀਤੀ ਹੈ। ਜਿਹੜਾ ਹਕੀਮ ਜੜੀ ਬੂਟੀ ਨੂੰ ਸੁੰਘ ਕੇ ਨਹੀਂ ਪਛਾਣ ਸਕਦਾ, ਉਹਨੇ ਕੀ ਖਿਦਮਤ ਕਰਨੀ ਹੈ। ਅੱਛਾ। ਤੇ ਮੈਂ ਬੜਾ ਸੁੰਘ ਕੇ ਤੇ ਸਾਰੀਆਂ ਚੀਜ਼ਾਂ ਦੱਸ ਦਿੰਦਾ ਹੁੰਦਾ ਸਾਂ ਜੀ। ਅੱਛਾ। ਆ ਕੁੱਤੇ ਤੇ ਹੁਣ ਨਿਕਲੇ ਜੇ, ਜਿਹੜੇ ਸੁੰਘ ਕੇ ਤੇ ਚੋਰ ਫੜਦੇ ਨੇ। ਅੱਛਾ। ਪਹਿਲਾਂ ਪੁਲਿਸ ਲੈ ਜਾਂਦੀ ਸੀ, ਮੈਨੂੰ ਥਾਣੇ ਵਾਲੇ ਲੈ ਜਾਂਦੇ ਸਨ, ਸੁੰਘ ਕੇ ਦੱਸ ਇਹਦੇ ਕੋ ਕਿਹੜੀ ਚਰਚ ਚੁਰਚ ਕਰੇ। 에어ਪੋਰਟ ਤੇ ਨਹੀਂ ਲੈ ਜਾਂਦੇ ਸਮਾਨ ਚੈੱਕ ਕਰੋ ਵਿੱਚੋਂ ਕੋਈ ਲੈ ਕੇ ਨਹੀਂ, ਸਾਡਾ ਆਪਣਾ ਕਾਰੋਬਾਰ, ਉਹ ਤੇ ਮੇਰੇ ਯਾਰ ਦੋਸਤ ਸਨ ਪੁਲਿਸ ਵਾਲੇ, ਤੇ ਮੈਨੂੰ ਲੈ ਜਾਂਦੇ ਸਨ। ਅੱਛਾ। ਹਕੂਮਤ ਜਿਹੜਾ ਉਹਨੇ ਇਹ ਵੀ ਕਿਹਾ ਕਿ ਅਸੀਂ ਜਿਹੜੀ ਪਾਂਗੇ ਦੀ ਉਹਦੀਆਂ ਜਿਹੜੀਆਂ ਪ੍ਰੋਡਕਟਸ ਹੋਣਗੀਆਂ ਅਸੀਂ ਐਕਸਪੋਰਟ ਕਰਾਂਗੇ ਦੂਜੇ ਮੁਲਕਾਂ 'ਚ। ਹਕੀਮ ਨਜ਼ੀਰ ਸਾਹਿਬ, ਤੁਹਾਡਾ ਇਸ ਮੁਤਲਕ ਕੀ ਖਿਆਲ ਹੈ? ਬਹੁਤ ਅੱਛਾ ਹੈ। ਦੇਖੋ ਨਾ ਜੀ, ਆਵਾਮ, ਸਾਡਾ ਮੁਲਕ 'ਚ ਪੈਸੇ ਆਉਣਗੇ, ਨਾਲੇ ਦੂਜੀ ਦੁਨੀਆ ਜਿਹੜੀ ਉਹਨਾਂ ਨੂੰ ਵੀ ਭੰਗ ਤੇ ਲਾਓ, ਉਹ ਵੀ ਹੱਸਦੇ ਫਿਰਨ, ਉਹਨਾਂ ਨੂੰ ਟੈਨਸ਼ਨਾਂ ਪੈਣ ਤਾਂ ਕਿ ਸਾਡਾ ਆਪਣਾ ਕੰਮ ਚੱਲੇ। ਮੈਂ ਤੇ ਕਹਿੰਦਾ ਪਹਿਲੋਂ ਉਹ ਜਿਹੜੇ ਸਿਆਸਤਦਾਨ ਇਮਰਾਨ ਸਾਹਿਬ ਨੂੰ ਨਹੀਂ ਨਾ ਮੰਨਦੇ, ਉਹਨਾਂ ਨੂੰ ਲਾ ਦੇਣ ਭੰਗ ਤੇ, ਆਪੋਜੀਸ਼ਨ ਨੂੰ ਲਾ ਦੇਣ। ਤੇ ਬਿਲਾਵਲ ਸਾਹਿਬ ਨੂੰ ਅਗਰ ਪਿਆਤੀ ਜਾਏ? ਹਾਂ, ਬਿਲਾਵਲ ਸਾਹਿਬ ਤੁਹਾਡੇ ਜ਼ਿਹਨ 'ਚ ਕਿਹੜਾ ਕੋਈ ਗਾਣਾ ਆਉਂਦਾ ਕਿ ਕਿਹੜਾ ਗਾਣਾ ਗਾਣਗੇ? ਨਹੀਂ ਜੀ ਨਹੀਂ, ਉਹ ਭੰਗ ਪੀ ਕੇ ਤੇ ਫਿਰ ਉਹ ਵੈਸੀ ਗੱਲਾਂ ਇੰਜ ਕਰਦੇ ਜਿਵੇਂ ਭੰਗ ਪੀਤੀ ਹੈ, ਤੇ ਹੋਰ ਪੀ ਕੇ ਉਹ ਪਾਣੀ ਆਤਾ ਹੈ ਤੇ ਨਹੀਂ ਆਤਾ, ਉਹ ਪਤਾ ਕਿਹੜੀਆਂ ਕਿਹੜੀਆਂ ਗੱਲਾਂ ਕਰਦੇ ਨੇ। ਮਜ਼ਾਕਨ ਕਹਿ ਰਹੇ ਹੋ ਨਾ? ਮਜ਼ਾਕ ਨਹੀਂ, ਮੈਂ ਉਹਨਾਂ ਨਾਲ ਬੜੀ ਰਿਸਪੈਕਟ ਕਰਦਾ ਜੀ। ਖੁਦ ਵੀ ਜੈਲੇ ਹੋ? ਮੈਂ ਜਿਆਦਾ ਰਿਹਾ 3-4 ਸਾਲ ਉਹਨਾਂ ਦਾ, ਲੇਕਿਨ ਹੁਣ ਨਹੀਂ ਮੈਂ ਰਿਹਾ। ਅੱਛਾ। ਹਾਂ, ਹੁਣ ਨਹੀਂ ਮੇਰੇ ਕੋਲ ਰਿਹਾ ਜਾਂਦਾ। ਅੱਛਾ। ਹਾਂ, ਤਬੀਅਤ ਨਹੀਂ ਨਾ ਹੁਣ ਠੀਕ ਹੀ ਨਹੀਂ ਰਹਿੰਦੀ। ਅੱਛਾ ਹਕੀਮ ਸਾਹਿਬ, ਦੱਸੋ ਕਿ ਹਿਕਮਤ ਲਈ ਵੀ ਲਾਇਸੈਂਸ ਲੈਣਾ ਪੈਂਦਾ ਹੈ ਕਿ ਜਾਂ ਜੱਦੀ ਪੁਸ਼ਤੀ ਕੰਮ ਚੱਲ ਰਿਹਾ, ਦਾਦੇ ਤੋਂ ਬੇਟੇ ਤੇ ਆਇਆ, ਬੇਟੇ ਤੋਂ ਅੱਗੇ ਪੋਤੇ ਤੇ ਆ ਗਿਆ? ਜਿਸ ਤਰ੍ਹਾਂ ਦੇਖੋ ਡਾਕਟਰ ਬਣਦਾ ਹੈ ਨਾ, ਇਸ ਤਰ੍ਹਾਂ ਹਕੀਮ ਵੀ ਬਣਦਾ। ਉਹ ਜਰਾ ਕਾਲਜਾਂ 'ਚ ਜਾ ਕੇ ਪੜ੍ਹਦੇ ਨੇ। ਅਸੀਂ ਤੇ 24 ਘੰਟੇ ਦੀ ਸਾਡੀ ਟ੍ਰੇਨਿੰਗ ਹੁੰਦੀ ਜੇ। ਅੱਛਾ। ਵਾਲਦ ਸਾਹਿਬ ਮੈਨੂੰ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਇੱਕ ਇੱਕ ਚੀਜ਼ ਸਮਝਾਉਂਦੇ ਰਹਿੰਦੇ ਸਨ। ਅੱਛਾ। ਕਿ ਪੁੱਤਰ ਆਸ ਦਵਾਈ ਦੀ ਇਹ ਬਿਮਾਰੀ ਦਾ ਵਾਸਤੇ ਠੀਕ ਹੁੰਦੀ ਹੈ, ਤੇ ਇਹ ਬਿਮਾਰੀ ਵਾਸਤੇ ਆਹ ਚੀਜ਼ ਠੀਕ ਹੁੰਦੀ ਹੈ, ਇਹਦੇ ਨਾਲ ਇਹ ਚੀਜ਼ ਦਾ ਇਲਾਜ ਕਰੀਦਾ, ਤੇ ਇਹਦੇ ਨਾਲ ਇਹ ਚੀਜ਼ ਦਾ ਇਲਾਜ ਕਰੀਦਾ। ਅੱਛਾ, ਵਹਿਮ ਦਾ ਇਲਾਜ ਵੀ ਕੋਈ ਹੈ ਹਕੀਮ ਸਾਹਿਬ? ਇਹਦਾ ਨਹੀਂ ਜੇ, ਇਹ ਤਾਂ ਹਕੀਮ ਲੁਕਮਾਨ ਕੋਲ ਨਹੀਂ ਸੀ ਹੈਗਾ, ਤੇ ਸਾਡੇ ਆਈ ਤੇ ਨਿੱਕੇ ਜਿਹੇ ਹਕੀਮ ਆ ਭਾਜੀ। ਅੱਛਾ। ਹਾਂਜੀ, ਨਿੱਕੇ ਜਿਹੇ ਤੇ ਨਹੀਂ ਹੈਗੇ, ਮਤਲਬ ਤੁਹਾਡਾ ਬੜਾ ਨਾਂ ਹੈ ਪੂਰੇ? ਨਹੀਂ, ਅੱਲਾ ਦੀ ਮਿਹਰਬਾਨੀ ਨਾਲ ਪੂਰੇ ਸ਼ਹਿਰ 'ਚ ਲੋਕੀ ਜਾਣਦੇ ਨੇ ਤੁਹਾਨੂੰ। ਬੜੇ ਦੂਰੋਂ ਕਾਲਾਂ ਆਉਂਦੀਆਂ ਨੇ ਬੱਚਿਆਂ ਵਾਸਤੇ, ਮਤਲਬ ਤੁਸੀਂ ਉਹ ਤੁਹਾਡਾ ਕੋਈ ਸਪੈਸ਼ਲ ਕੀ ਹੈ ਮਤਲਬ? ਨਹੀਂ, ਮੇਰਾ ਜ਼ਿਆਦਾ ਜਿਹੜਾ ਕਲਾਇੰਟ ਜੇ ਨਾ, ਉਹ ਜਵਾਨ ਮੁੰਡੇ ਜੇ। ਅੱਛਾ। ਹਾਂਜੀ, ਉਹ ਆ ਕੇ ਤੇ ਬਹਿ ਜਾਂਦੇ ਕੋਲ, ਦੱਸਦੇ ਕੱਖ ਨਹੀਂ, ਰੋਈ ਜਾਂਦੇ। ਉਹ ਫਿਰ ਮੈਂ ਸਮਝ ਜਾਂਦਾ ਵੀ ਇਹਨਾਂ ਨੂੰ ਕੀ ਟੈਨਸ਼ਨ ਹੈ। ਅੱਛਾ। ਉਹ ਫਿਰ ਅੱਲਾ ਦੀ ਮਿਹਰਬਾਨੀ ਨਾਲ ਇੱਕ ਅੱਧੀ ਪੁੜੀ ਖਾ ਕੇ ਤੇ ਫਿਰ ਬਾਦਸ਼ਾਹ ਦੁਆਵਾਂ ਵੀ ਦਿੰਦੇ, ਤੇ ਨਾਲੇ ਪੈਸੇ ਵੀ ਦਿੰਦੇ ਨੇ। ਅੱਛਾ। ਬੱਚਿਆਂ ਨੂੰ ਇਹੀ ਜਿਹੜਾ ਛੋਟੇ ਮੋਟੇ ਮਸਾਇਲ ਹੁੰਦੇ ਨੇ, ਉਹਨਾਂ ਦੇ ਉਹ ਠੀਕ ਕਰ ਦਈਦਾ। ਅੱਛਾ। ਹਾਂਜੀ। ਤੇ ਸੁਣਿਆ ਤਾਂ ਮੁੰਡਾ ਦੁਬਈਓਂ ਆਇਆ ਮੇਰੇ ਕੋਲ ਲੈਣ ਦਵਾਈ। ਅੱਛਾ। ਆਇਆ ਅੱਜ ਕੱਲ੍ਹ ਦਿੱਤੀ ਦਵਾਈ ਮੈਨੂੰ। ਅੱਛਾ। ਤੇ ਆਪਣੀ ਦਵਾਈ ਦਾ ਚਾਰਜ ਕਿੰਨਾ ਕਰਦੇ ਹੋ? ਦੇਖੋ ਜੀ, ਮੇਰਾ ਇੱਕ ਜੇ ਨਜ਼ਰੀਆ ਜੇ ਭਾਈ ਇਮਰਾਨ ਸਾਹਿਬ, ਕਿ ਜਿਹੜਾ ਵੀ ਕੰਮ ਕਰੋ ਉਹਦੇ 'ਚ ਨਾ ਆਵਾਮ ਦੀ ਭਲਾਈ ਦਾ ਵੀ ਵਿੱਚ ਖਿਆਲ ਰੱਖੋ। ਠੀਕ ਹੈ ਨਾ ਜੀ। ਤੇ ਮੈਂ ਛਿੱਲ ਨਹੀਂ ਜੇ ਲਾਉਂਦਾ ਡਾਕਟਰਾਂ ਵਾਂਗੂ ਤੇ ਦੂਜਿਆਂ ਕੀ ਮੰਗੂ, ਹਲਕੀ ਫੁਲਕੀ। ਹਾਂ, ਮੈਂ ਇਹ ਵੇ ਕਿ ਮੁਨਾਸਬ ਪੈਸੇ ਰੱਖੇ ਜੇ, ਤੇ ਖਿਦਮਤ ਆਵਾਮ ਦੀ। ਕੁਛ ਮੇਰੇ ਕੋਲ ਮਰੀਜ਼ ਐਸੇ ਵੀ ਆ ਜਾਂਦੇ ਨੇ, ਔਰਤਾਂ ਆ ਜਾਂਦੀਆਂ, ਕਹਿੰਦੀਆਂ ਹਕੀਮ ਸਾਹਿਬ ਸਾਡੇ ਕੋਲ ਅੱਜ ਪੈਸੇ ਨਹੀਂ ਹੈਗੇ। ਅੱਛਾ। ਮੈਂ ਕੋਈ ਨਹੀਂ, ਤੁਸੀਂ ਮੈਨੂੰ ਆਟਾ ਦੇ ਜਾਓ ਹੈ। ਤੇ ਉਹ ਮੈਂ ਮਾਹੌਲ ਕਰਨ ਡਿਆ, ਮੈਂ ਉਹਨਾਂ ਨੂੰ ਕਹਿੰਦਾ ਨਹੀਂ ਕੋਈ ਨਹੀਂ, ਤੁਸੀਂ ਫੇਰ ਦੇ ਜਾਣਾ ਪੈਸੇ। ਤੇ ਉਹ ਦਿੰਦੀਆਂ ਦੁਨੀਆਂ ਕੋਈ ਨਹੀਂ ਜੇ ਫੇਰ। ਉਹ ਇੱਕ ਵਾਰੀ ਲੈ ਕੇ ਤੇ ਚੱਲ ਜਾਣਾ, ਫੇਰ ਕਿੰਨੇ ਆਉਣਾ ਜੇ? ਫੇਰ ਕਿੰਨੇ ਆਣਾ? ਸਹੀ। ਲੇਕਿਨ ਚਲੋ ਅੱਲਾਹ ਤਾਲਾ ਉਹਨਾਂ ਨੂੰ ਸਿਹਤ ਮਿਲ ਜੇ, ਸਾਡੀ ਖੈਰ ਹੈ। ਅੱਛਾ, ਤੁਹਾਡੇ ਬਾਰੇ ਮਸ਼ਹੂਰ ਹੈ ਕਿ ਤੁਸੀਂ ਜਿਹੜਾ ਪਾਕਿਸਤਾਨ ਦੀ ਆਬਾਦੀ ਵਧਾਉਣ 'ਚ ਤੁਹਾਡਾ ਬੜਾ ਰੋਲ ਰਿਹਾ ਹੈ, ਤੁਹਾਡੇ ਵਾਲਿਦ ਸਾਹਿਬ ਦਾ, ਤੁਹਾਡੇ ਦਾਦਾ ਦੀ ਹਿਕਮਤ ਦੀ ਵਜ੍ਹਾ ਤੋਂ। ਇਹਦੇ ਮਤਲਬ ਕੀ ਕਹੋਗੇ? ਸਾਡੇ ਤੇ ਇਲਜ਼ਾਮ ਹੀ ਹੈ, ਅਸੀਂ ਕਿਹੜਾ ਕੋਈ ਉਹਨਾਂ ਦੇ ਨਾਲ ਚੱਲ ਜਾਂਦੇ ਹਾਂ, ਉਹਨਾਂ ਦੀ ਦਵਾਈ ਦਿੰਦੇ ਹਾਂ। ਹਾਂਜੀ, ਬਾਕੀ ਉਹਨਾਂ ਨੇ ਖਾਣੀ ਦਵਾਈ ਤੇ ਜੋ ਮਰਜ਼ੀ ਕਰਦੇ ਫਿਰਨ, ਅਸੀਂ ਇਹ ਤੇ ਨਹੀਂ ਨਾ ਕਹਿੰਦੇ ਵੀ ਜਾ ਕੇ ਹੁਣ ਇਸੇ ਹੀ ਕੰਮ ਤੇ ਸ਼ੁਰੂ। ਕੀ ਸਭ ਜਾਂਦੇ ਆ ਪਾਕਿਸਤਾਨ ਦੀ ਆਵਾਮ ਵਾਸਤੇ ਕੋਈ ਪੈਗਾਮ ਦੇਣਾ ਚਾਹੋ? ਆਵਾਮ ਨੂੰ ਮੈਂ ਕਹਿੰਦਾ ਜੀ, ਦੇਖੋ ਸਿਹਤ ਹੈ ਤੇ ਸਭ ਕੁਛ ਹੈ। ਆਪਣੀ ਸਿਹਤ ਦਾ ਖਿਆਲ ਰੱਖੋ। ਸਿਹਤ ਜੇ ਨਹੀਂ ਅੱਛੀ ਹੋਏਗੀ, ਜ਼ਿੰਦਗੀ 'ਚ ਕੱਖ ਵੀ ਨਹੀਂ ਜੇ ਮਿਲਣਾ। ਜੇ ਇਨਸਾਨ ਨੂੰ ਆਪਣੀ ਇਹ ਜਿਹੜਾ ਸਾਡਾ ਜਿਸਮ ਹੈ ਨਾ, ਇਹ ਅੱਲਾ ਦੀ ਅਮਾਨਤ ਜੇ। ਅੱਛਾ। ਜੇ ਤੁਹਾਡੇ ਸਿਰ ਪੀੜ ਹੋ ਰਹੀ ਹੈ, ਤੁਸੀਂ ਗੋਲੀ ਜਾਂ ਦਵਾਈ ਨਹੀਂ ਨਾ ਲੈਂਦੇ, ਤੁਸੀਂ ਖਿਆਨਤ ਕਰ ਰਹੇ ਹੋ ਅਮਾਨਤ 'ਚ। ਅੱਛਾ। ਇਸ ਵਾਸਤੇ ਜਦੋਂ ਬਿਮਾਰ ਹੋ ਫੌਰਨ ਮੇਰੇ ਕੋਲ ਪਹੁੰਚੋ। ਅੱਛਾ। ਹਾਂਜੀ।
ਅੱਛਾ ਨਾਜ਼ਰੀਨ, ਚਾਚਾ ਭਤੀਜਾ ਸ਼ੋਅ 'ਚ ਅੱਜ ਇੰਨਾ ਕੁਝ ਹੀ। ਸਾਡੇ ਨਾਲ ਸਨ ਹਕੀਮ ਨਜ਼ੀਰ ਸਾਹਿਬ। ਉਮੀਦ ਹੈ ਤੁਹਾਨੂੰ ਉਹਨਾਂ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ। ਉਹਨਾਂ ਤੋਂ ਕੋਈ ਸਵਾਲ ਹੋਏ ਤੇ ਤੁਸੀਂ ਸਾਡੇ ਵੀਡੀਓ ਦੇ ਥੱਲੇ ਉਹ ਕੁਐਸਚਨ ਕਰੋ ਤਾਂ ਇਨਸ਼ਾਅੱਲਾ ਤੁਹਾਨੂੰ ਨੈਕਸਟ ਟਾਈਮ ਆਨਸਰ ਜ਼ਰੂਰ ਦੇਣਗੇ। ਅੱਜ ਚਾਚਾ ਭਤੀਜਾ ਸ਼ੋਅ 'ਚ ਇੰਨਾ ਕੁਝ ਹੀ। ਆਪਣਾ ਬਹੁਤ ਖਿਆਲ ਰੱਖਣਾ। ਅੱਲਾ ਹਾਫਿਜ਼।